ਬਲਦੇਵ ਸਿੰਘ ਦੀ ਕਹਾਣੀ ਮੰਤਰੀ ਕੁੜੀ ਦੇ ਦਾਤੀ। ਮੰਤਰੀ ਸਾਹਿਬ ਕੁਝ ਵਧੇਰੇ ਹੀ ਖਫਾ ਹਨ। ਰੈਸਟ ਹਾਊਸ ਦੇ ਸਟਾਫ ਨੂੰ, ਉਹਦੇ ਨਾਲ ਆਏ ਵਿਸ਼ੇਸ਼ ਪੀਏ ਨੂੰ, ਉਹਦੀ ਸਿਕਿਉਰਿਟੀ ਵਾਲਿਆਂ ਨੂੰ ਅਤੇ ਸ਼ਹਿਰ ਦੇ ਕੁਝ ਖਾਸ ਪਤਵੰਤਿਆਂ ਨੂੰ ਇਸ ਗੱਲ ਦਾ ਇਲਮ ਹੋ ਜਾਣ 'ਤੇ ਚਿੰਤਾ ਤਾਂ ਹੈ ਹੀ, ਪਰ ਮੰਤਰੀ ਸਾਹਿਬ ਦੇ ਖਫਾ ਹੋਣ ਦੇ ਵਿਚਿੱਤਰ ਕਾਰਨ ਸਦਕਾ ਸਾਰੇ ਡਾਢੇ ਪਰੇਸ਼ਾਨ ਵੀ ਹਨ। ਉਹ 2-2, 3-3 ਦੇ ਗਰੁੱਪਾਂ 'ਚ ਖੜ੍ਹੇ ਆਪਣੇ ਆਪਣੇ ਢੰਗ ਨਾਲ ਮੰਤਰੀ ਸਾਹਿਬ ਦੇ ਮੂਡ ਨੂੰ ਠੀਕ ਕਰਨ ਦੇ ਢੰਗ ਤਰੀਕੇ ਲੱਭ ਰਹੇ ਹਨ। ਸ਼ਹਿਰ ਦੇ ਪਤਵੰਤਿਆਂ ਨੂੰ ਤਾਂ ਇੱਕ ਹੋਰ ਵੀ ਫਿਕਰ ਹੈ। ਉਹਨਾਂ ਮੰਤਰੀ ਸਾਹਿਬ ਦੀ ਸ਼ਾਨ ਵਿੱਚ ਇੱਕ ਨਾਮਵਰ ਹੋਟਲ 'ਚ ਡਿਨਰ ਦਾ ਪ੍ਰਬੰਧ ਕਰ ਰੱਖਿਆ ਹੈ। ਉੱਥੇ ਜ਼ਿਲ੍ਹੇ ਦੇ DC, SDM ਅਤੇ ਬਾਕੀ ਉੱਚ ਅਧਿਕਾਰੀ ਵੀ ਪੁੱਜਣਗੇ। ਇਹਨਾਂ ਆਲਾ ਅਫਸਰਾਂ ਨਾਲ ਨੇੜਤਾ ਦਾ ਬਣ ਰਿਹਾ ਸਬੱਬ ਮੰਤਰੀ ਸਾਹਿਬ ਦੇ ਮੂਡ 'ਤੇ ਨਿਰਭਰ ਹੈ। ਉੱਥੇ ਹੀ ਇਹਨਾਂ ਸ਼ਹਿਰੀਆਂ ਵੱਲੋਂ ਆਪਣੀਆਂ ਏਜੰਸੀਆਂ ਅਤੇ ਕੋਟਿਆਂ ਦੀ ਅਲਾਟਮੈਂਟ ਵਾਲਾ ਮੰਗ ਪੱਤਰ ਮਾਣ ਪੱਤਰ ਦੇ ਰੂਪ 'ਚ ਪੇਸ਼ ਕਰਨਾ ਹੈ। ਇਸ ਲਈ ਸਾਰੇ ਹੀ ਸੋਚ ਰਹੇ ਹੈ ਮੰਤਰੀ ਸਾਹਿਬ ਨੂੰ ਕਿਵੇਂ ਖੁਸ਼ ਕੀਤਾ ਜਾਏ। ਕਾਰਪੋਰੇਸ਼ਨ ਦੇ ਮੇਅਰ ਮਲਹੋਤਰਾ ਨੇ ਉਹਦੇ ਖਾਸ ਪੀਏ ਨਾਲ ਇਕੱਲਿਆਂ ਕੁਝ ਗੱਲਾਂ ਕੀਤੀਆਂ ਹਨ। ਸਾਹਿਬ ਦੀ ਤਬੀਅਤ ਤਾਂ ਦੁਪਹਿਰ ਦੇ ਸਮਾਗਮ ਤੋਂ ਬਾਅਦ ਹੀ ਖਰਾਬ ਹੋਣੀ ਸ਼ੁਰੂ ਹੋ ਗਈ ਸੀ। ਪੀਏ ਦੱਸਦਾ ਇਹਨਾਂ ਨੇ ਤਾਂ ਵਾਪਸ ਰਾਜਧਾਨੀ ਚਲੇ ਜਾਣਾ ਸੀ, ਪਰ ਇਹਨਾਂ ਦੇ ਨਿੱਜੀ ਡਾਕਟਰ ਨੇ ਅਜਿਹੀ ਤਬੀਅਤ 'ਚ ਸਫ਼ਰ ਦੀ ਮਨਾਹੀ ਕਰ ਰੱਖੀ ਹੈ, ਇਸੇ ਲਈ ਰੁਕ ਗਏ। ਫਿਰ ਪੀਏ ਮੇਅਰ ਵੱਲ ਕੁਝ ਖਾਸ ਅੰਦਾਜ਼ ਨਾਲ ਵੇਖਦਾ ਪੁੱਛਦਾ ਹੈ, ਸਮਾਗਮ ਦੇ ਉਦਘਾਟਨ ਵੇਲੇ ਜਿਹੜੀ ਲੜਕੀ ਹੱਥ 'ਚ ਜਗਦੇ ਦੀਵਿਆਂ ਵਾਲੀ ਥਾਲੀ ਲਈ ਖੜੀ ਸੀ, ਉਹ ਕਿਸ ਮਹਿਕਮੇ 'ਚ ਹੈ? ਮੰਤਰੀ ਸਾਹਿਬ ਪੁੱਛ ਰਹੇ ਸੀ। ਉਹ ਤਾਂ ਮੇਰੀ ਬੇਟੀ ਹੈ, ਕਾਲਜ 'ਚ ਪੜ੍ਹਦੀ ਹੈ। ਅੱਛਾ, ਬੜੀ ਪਿਆਰੀ ਬੱਚੀ ਹੈ। ਪੀਏ ਖਸਿਆਨੀ ਜੀ ਹਾਸੀ ਹੱਸਦਾ ਹੈ। ਮੇਅਰ ਸਮਝ ਗਿਆ ਉਹਦਾ ਜੀਵਨ ਵੱਡੇ ਅਫਸਰਾਂ ਤੇ ਮੰਤਰੀਆਂ ਵਿੱਚ ਹੀ ਗੁਜ਼ਰਿਆ। ਕੁਝ ਦੇਰ ਬਾਅਦ ਪੀਏ ਆ ਕੇ ਕਹਿੰਦਾ, ਮੰਤਰੀ ਸਾਹਿਬ ਡਿਨਰ 'ਤੇ ਨਹੀਂ ਜਾ ਸਕਣਗੇ, ਉਹਨਾਂ ਵੱਲੋਂ DC ਅਤੇ ਹੋਰ ਅਧਿਕਾਰੀ ਡਿਨਰ 'ਚ ਸ਼ਾਮਲ ਹੋਣਗੇ। ਸਭਨਾਂ ਨੂੰ ਇੱਕ ਤਰ੍ਹਾਂ ਨਾਲ ਭਾਜੜਾਂ ਹੀ ਪੈ ਜਾਂਦੀਆਂ। ਕੁਝ ਹੀ ਸਮੇਂ 'ਚ ਪਹਿਲਾਂ DC, ਫਿਰ ਸ਼ਹਿਰ ਦੇ ਡਾਕਟਰਾਂ ਦੀਆਂ ਕਾਰਾਂ ਰੈਸਟ ਹਾਊਸ 'ਚ ਪਹੁੰਚਦੀਆਂ ਹਨ। ਮੰਤਰੀ ਸਾਹਿਬ ਨੂੰ ਆਰਾਮ ਕਰਨ ਲਈ ਕਿਹਾ ਜਾਂਦਾ ਹੈ। ਪੀਏ ਦੇ ਕਹਿਣ 'ਤੇ ਮੇਅਰ ਮਲਹੋਤਰਾ ਅਤੇ ਉਹਦੇ ਕੁਝ ਸਾਥੀਆਂ ਨੂੰ ਡਿਨਰ 'ਤੇ ਜਾਣੋਂ ਰੋਕ ਲਿਆ ਜਾਂਦਾ ਹੈ। ਮੰਤਰੀ ਸਾਹਿਬ ਨੂੰ ਉਹਨਾਂ ਦੀ ਲੋੜ ਹੈ। ਤਰਕਾਲਾਂ ਢਲਣ ਲੱਗੀਆਂ ਹਨ। ਰੈਸਟ ਹਾਊਸ ਦੇ ਅੰਦਰ ਵੱਲ ਆਉਂਦੀ ਚੌੜੀ ਸੜਕ 'ਤੇ ਦੋਹੀਂ ਪਾਸੇ ਅਸ਼ੋਕ ਬਿਰਖਾਂ ਵਿੱਚ ਖਾਲੀ ਥਾਂ 'ਚ ਸਲੀਕੇ ਨਾਲ ਲਗਾਏ ਬਿਜਲੀ ਦੇ ਪੋਸਟ ਹਨੇਰਾ ਹੋਣ ਤੋਂ ਪਹਿਲਾਂ ਹੀ ਜਗਮਗਾ ਦਿੱਤੇ ਹਨ। ਚੂਨੇ ਨਾਲ ਕੀਤੀ ਰਸਤੇ ਦੀ ਨਿਸ਼ਾਨਦੇਹੀ ਪਹਿਲਾਂ ਨਾਲੋਂ ਵਧੇਰੇ ਚਮਕਣ ਲੱਗੀ ਹੈ। ਮੇਅਰ ਮਲਹੋਤਰਾ ਕੁਝ ਹਰਖਿਆ ਅਤੇ ਖਿਝਿਆ ਖੜ੍ਹਾ ਹੈ। ਉਹ ਮੰਤਰੀ ਸਾਹਿਬ ਦੇ ਪੀਏ ਨਾਲ ਵੀ ਨਾਰਾਜ਼ ਹੈ। ਜੇ ਇਸ ਕਰਤੂਤ ਦੀ ਪੱਤਰਕਾਰਾਂ ਨੂੰ ਜ਼ਰਾ ਜਿੰਨੀ ਵੀ ਭਿਣਕ ਪੈ ਗਈ, ਇੱਕ ਹੋਰ ਨਵੇਂ ਸਕੈਂਡਲ ਦਾ ਹੰਗਾਮਾ ਹੋ ਸਕਦਾ ਹੈ ਅਤੇ ਸਰਕਾਰ ਪਹਿਲਾਂ ਹੀ 3 ਟੰਗਾਂ 'ਤੇ ਖੜ੍ਹੀ ਹੈ। ਹੱਦ ਹੋ ਗਈ ਬਈ, ਇਹ ਤਾਂ ਦੂਸਰੀ ਲੜਕੀ ਨੂੰ ਵੀ ਉਹਨੇ ਕਮਰੇ 'ਚੋਂ ਬਾਹਰ ਭੇਜ ਦਿੱਤਾ। ਸ਼ਹਿਰ ਦੀ ਸਭ ਤੋਂ ਖੂਬਸੂਰਤ ਅਤੇ ਸਲੀਕੇ ਵਾਲੀ ਲੜਕੀ ਹੈ ਇਹ। ਇਹਨੂੰ ਇੱਥੇ ਲੈ ਕੇ ਆਉਣ ਲਈ ਮੈਨੂੰ ਹੀ ਪਤਾ ਕਿੰਨੇ ਛੋਟੇ ਸਮਝੌਤੇ ਕਰਨੇ ਪਏ ਨੇ ਇਹਦੇ ਮਾਂ-ਬਾਪ ਨਾਲ। ਮਲਹੋਤਰਾ ਜੀ, ਆਖਰ ਮੰਤਰੀ ਚਾਹੁੰਦਾ ਕੀ ਹੈ? ਉਹਦਾ ਸਾਥੀ ਪੂਰੀ ਵੀ ਹੈਰਾਨ ਹੈ। ਆਖਦਾ ਕੋਈ ਇਹੋ ਜਿਹੀ ਲੜਕੀ ਦਾ ਪ੍ਰਬੰਧ ਕਰੋ ਜਿਸ 'ਚੋਂ ਮਿੱਟੀ ਦੀ ਗੰਧ ਆਉਂਦੀ ਹੋਵੇ। ਮਲਹੋਤਰਾ ਚਿਹਰੇ ਉੱਪਰ ਤਿਰਸਕਾਰ ਲਿਆ ਕੇ ਹੱਸਿਆ। ਸਾਲਾ ਜੰਗਲੀ, ਕਹਿ ਕੇ ਉਹਨੇ ਆਪਣੀ ਘਿਰਣਾ ਦਾ ਇਜ਼ਹਾਰ ਕੀਤਾ। ਇੱਕ ਟਰਾਲੀ ਮਿੱਟੀ ਦੀ ਸੁਟਵਾ ਦੇਈਏ ਉਹਦੇ ਕਮਰੇ 'ਚ, ਸੁੰਘੀ ਜਾਵੇ ਇਹਨੂੰ। ਉਹਨਾਂ ਦਾ ਸਾਥੀ ਸੰਧੂ ਵੀ ਚਾਹੁੰਦਾ ਹੈ ਇੱਥੋਂ ਜਲਦੀ ਵਿਹਲੇ ਹੋਈਏ ਅਤੇ ਉਹ ਸ਼ਹਿਰ ਦੇ ਡਿਨਰ ਵਾਲੇ ਹੋਟਲ ਦੀਆਂ ਰੌਣਕਾਂ ਕਲਪ ਕੇ ਦੁਖੀ ਹੋ ਰਿਹਾ। ਇਸ ਸਮੇਂ ਉਹਦਾ ਆਪਣਾ ਖਾਣ ਪੀਣ ਕਰਨ ਦਾ ਵਕਤ ਹੈ। ਪੀਏ ਆ ਕੇ ਦੱਸਦਾ, ਮੰਤਰੀ ਸਾਹਿਬ ਮੇਅਰ ਨੂੰ ਬੁਲਾ ਰਹੇ ਹਨ। ਉਹ ਕਾਹਲੀ ਨਾਲ ਅੰਦਰ ਜਾਂਦਾ ਹੈ। ਮੰਤਰੀ ਸਾਹਿਬ ਸੱਚਮੁੱਚ ਹੀ ਕੁਝ ਉਦਾਸ ਅਤੇ ਪਰੇਸ਼ਾਨ ਦਿਸ ਰਹੇ ਹਨ। ਵੱਡੀਆਂ ਮੁੱਛਾਂ ਦੇ ਕੁੰਡ ਆਪਣੀ ਪੋਜੀਸ਼ਨ ਤੋਂ ਹਿੱਲੇ ਹੋਏ ਹਨ। ਗਲਾਸ 'ਚ ਪਿਆ ਸਕੌਚ ਦਾ ਅੱਧਾ ਕੁ ਪੈਗ ਮੇਅਰ ਨੂੰ ਵੇਖ ਕੇ ਮੰਤਰੀ ਨੇ ਪਰਾਂ ਖਿਸਕਾ ਦਿੱਤਾ ਹੈ। ਕਿਸ ਤਰ੍ਹਾਂ ਦਾ ਸ਼ਹਿਰ ਹੈ ਇਹ ਲੋਕ, ਤੁਸੀਂ? ਮੰਤਰੀ ਬੁੜਬੁੜਾ ਰਿਹਾ ਹੈ। ਅੰਦਰ ਆਉਣ ਤੋਂ ਪਹਿਲਾਂ ਮਲਹੋਤਰੇ ਨੇ ਇੱਕਦਮ ਸੋਚਿਆ ਸੀ, ਜੇ ਮੰਤਰੀ ਸਾਹਿਬ ਹੁਣ ਵੀ ਡਿਨਰ 'ਤੇ ਜਾਣਾ ਮੰਨ ਗਏ ਤਾਂ ਸ਼ਹਿਰ ਵਾਸੀਆਂ ਨੂੰ ਇੱਕ ਵੱਡੀ ਸਰਪ੍ਰਾਈਜ਼ ਦੇ ਕੇ ਆਪਣੇ ਨੰਬਰ ਬਣਾ ਸਕਦਾ ਹੈ। ਪਰ ਮੰਤਰੀ ਦਾ ਚਿਹਰਾ ਵੇਖ ਕੇ, ਉਹਦਾ ਮੂਡ ਵੇਖ ਕੇ ਮੇਅਰ ਦੇ ਸੁਪਨੇ ਇੱਕ ਵਾਰੀ ਫਿਰ ਠੁੱਸ ਹੋ ਗਏ ਹਨ। ਇੰਨਾ ਵੀ ਨਹੀਂ ਕਰ ਸਕਦੇ, ਇੰਨਾ ਵੀ ਨਹੀਂ ਹੋ ਸਕਦਾ, ਮੰਤਰੀ ਫਿਰ ਬੁੜਬੁੜਾਏ ਹਨ। ਮੇਅਰ ਹੁਣੇ ਬਾਹਰ ਗਈ ਲੜਕੀ ਦੀ ਉਸਤਤ 'ਚ ਬੜਾ ਕੁਝ ਕਹਿਣਾ ਚਾਹੁੰਦਾ ਹੈ, ਪਰ ਮੰਤਰੀ ਵੱਲ ਵੇਖ ਕੇ ਇੱਕ ਅਜੀਬ ਜਿਹੀ ਝਿਜਕ ਤੇ ਉਲਝਣ ਪੈਦਾ ਹੋ ਗਈ ਹੈ। ਉਹ ਦੱਸਣਾ ਚਾਹੁੰਦਾ ਇਸ ਸ਼ਹਿਰ ਦੀ ਸੰਸਕ੍ਰਿਤੀ ਅਜੇ ਇੰਨੀ ਆਧੁਨਿਕ ਨਹੀਂ ਹੋਈ, ਨਹੀਂ ਤਾਂ ਉਹ ਲੜਕੀਆਂ ਦੀ ਲਾਈਨ ਲਗਵਾ ਦਿੰਦਾ। ਉਹ ਮੰਤਰੀ ਸਾਹਿਬ ਕੋਲੋਂ ਪੁੱਛਣਾ ਚਾਹੁੰਦਾ, ਮਿੱਟੀ ਦੀ ਗੰਧ ਵਾਲੀ ਲੜਕੀ ਤੋਂ ਉਹਨਾਂ ਦਾ ਕੀ ਭਾਵ ਹੈ?
ਜੇ ਉਹਦੇ ਗੇੜ 'ਚ ਗੱਲ ਆ ਜਾਏ ਤਾਂ ਉਹ ਇੱਕ ਯਤਨ ਹੋਰ ਕਰਨਾ ਚਾਹੁੰਦਾ ਹੈ। ਮੰਤਰੀ ਦੀ ਸੰਕੇਤਕ ਭਾਸ਼ਾ ਨੂੰ ਸਮਝਣ ਤੋਂ ਅਸਮਰਥ ਹੋ ਬਾਹਰ ਆ ਗਿਆ। ਸੰਧੂ ਤੇ ਪੁਰੀ ਕੁਝ ਦੇਰ ਉਸ ਨਾਲ ਹੋਈਆਂ ਅੰਦਰਲੀਆਂ ਗੱਲਾਂ ਸਾਂਝੀਆਂ ਕਰਦੇ ਹਨ। ਮੇਰੇ ਖਿਆਲ 'ਚ ਇਹ ਕੋਈ ਪੇਂਡੂ ਕੁੜੀ ਭਾਲਦਾ ਹੈ, ਸੰਧੂ ਨੇ ਅੰਦਾਜ਼ਾ ਲਾਇਆ। ਸ਼ਹਿਰ ਦੀਆਂ ਖੂਬਸੂਰਤ ਕੁੜੀਆਂ ਰੱਦ ਕਰਕੇ? ਮੈਂ ਤਾਂ ਨਹੀਂ ਸੋਚਦਾ ਇਹ ਕਿਸੇ ਸਧਾਰਨ ਪੇਂਡੂ ਕੁੜੀ ਨੂੰ ਪਸੰਦ ਕਰੇਗਾ। ਪੁਰੀ ਸੰਧੂ ਨਾਲ ਸਹਿਮਤ ਨਹੀਂ ਹੈ। ਕੀ ਹੋਇਆ ਜੇ ਮੰਤਰੀ ਬਣ ਗਿਆ? ਆਪ ਵੀ ਤਾਂ ਉਹਨਾਂ 'ਚੋਂ ਹੀ ਹੈ। ਇਹਦਾ ਪਿਛੋਕੜ ਕੌਣ ਭੁੱਲਿਆ? ਸ਼ਾਇਦ ਪੁਰੀ ਨਾ ਜਾਣਦਾ ਹੋਵੇ। ਮੈਨੂੰ ਤਾਂ ਇੰਨਾ ਕੁ ਪਤਾ ਹੈ ਵੀ ਇਹ ਡਾਕੂ ਹੁੰਦਾ ਸੀ, ਇਸ਼ਤਿਹਾਰੀ ਮੁਜਰਮ ਸੀ। ਇਲਾਕੇ 'ਚ ਪੂਰੀ ਦਹਿਸ਼ਤ ਹੁੰਦੀ ਸੀ ਇਹਦੀ। ਕੱਲੀ ਦਹਿਸ਼ਤ ਨਹੀਂ ਸੀ ਹੁੰਦੀ, 60-70 ਤਾਂ ਕਤਲ ਕੀਤੇ ਹੋਣਗੇ ਨੇ। ਜਿੱਥੇ ਜ਼ਬਰਦਸਤੀ ਪਨਾਹ ਲੈਣੀ ਉੱਥੇ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਨਾ, ਜੰਗਲਾਂ 'ਚ ਖੱਡਾਂ 'ਚ ਲੁਕਦੇ ਫਿਰਨਾ, ਮਹੀਨਾ ਨਹਾਉਣਾ ਨਾ, ਅਤੇ ਜਿਹੜੀ ਔਰਤ ਜਾਂ ਲੜਕੀ ਅੜਿੱਕੇ ਆਉਣੀ ਬੰਦੂਕ ਦੀ ਨੋਕ 'ਤੇ ਮਨਮਰਜ਼ੀ ਕਰਨੀ ਉਹਦੇ ਨਾਲ। ਨਾ ਸੁੱਕੇ ਦੀ ਪਰਵਾਹ, ਨਾ ਦਲਦਲ ਤੇ ਚਿੱਕੜ ਦੀ ਪਰਵਾਹ। ਫਿਰ ਆਤਮ ਸਮਰਪਣ ਕਰਕੇ ਚੋਣ ਲੜੀ, ਬਣ ਗਿਆ ਮੰਤਰੀ। ਪਹਿਲਾਂ ਪੁਲਿਸ ਨੂੰ ਫੜਨ ਲਈ ਇਹਦੇ ਪਿੱਛੇ ਹੁੰਦੀ ਸੀ, ਹੁਣ ਇਹਦੀ ਹਿਫਾਜ਼ਤ ਲਈ ਇਹਦੇ ਪਿੱਛੇ ਹੁੰਦੀ ਹੈ। ਇਹ ਹੈ ਆਪਣੇ ਮੁਲਕ ਦੇ ਕ੍ਰਿਸ਼ਮੇ। ਸੰਧੂ ਵੇਰਵਾ ਦਿੰਦਾ ਹੱਸਦਾ। ਕੀ ਪਤਾ ਹੁਣ ਵੀ ਇਹ ਕੋਈ ਉਹੋ ਜਿਹੀ ਲੜਕੀ ਭਾਲਦਾ ਹੋਵੇ, ਮਿੱਟੀ ਘੱਟੇ ਨਾਲ ਲਿਬੜੀ, ਵਾਲਾਂ 'ਚੋਂ ਮੁਸ਼ਕ ਆਉਂਦਾ ਹੋਵੇ। ਬੰਦੇ 'ਚੋਂ ਆਪਣੀ ਔਕਾਤ ਦੇ ਜਰਮ ਨਹੀਂ ਜਾਂਦੇ, ਰੁਤਬਾ ਭਾਵੇਂ ਕਿੱਡਾ ਵੀ ਹੋਵੇ। ਪੁਰੀ ਦੀ ਗੱਲ ਸੁਣ ਕੇ ਸੰਧੂ ਦੀਆਂ ਅੱਖਾਂ 'ਚ ਅਚਾਨਕ ਚਮਕ ਆ ਜਾਂਦੀ ਹੈ। ਮਲਹੋਤਰਾ ਕਰਦਾ ਮੰਤਰੀ ਦਾ ਜੁਗਾੜ ਕੋਈ। ਮੇਰੇ ਮੁੜਨ ਤੱਕ ਉਹਨੂੰ ਰੁਝਾਈ ਰੱਖਣਾ ਹੈ, ਤੁਹਾਡਾ ਦੋਹਾਂ ਦਾ ਸੰਸਾ ਹੈ। ਆਖ ਕੇ ਸੰਧੂ ਰੈਸਟ ਹਾਊਸ ਦੇ ਬਾਹਰ ਖੜੀ ਜੀਪ 'ਚ ਜਾ ਬੈਠਦਾ ਹੈ। ਸੰਧੂ ਦੇ ਸਾਹਮਣੇ ਲਗਭਗ ਡੁੱਬ ਗਿਆ ਲਾਲ ਰੱਤਾ ਸੂਰਜ ਲਹਿੰਦੇ ਪਾਸੇ ਨੂੰ ਬੜਾ ਹੀ ਰਹੱਸਮਈ ਬਣਾ ਰਿਹਾ ਹੈ। ਫਾਰਮ 'ਤੇ ਰੱਖੀਆਂ ਮੱਝਾਂ ਦਾ ਦੁੱਧ ਚੋ ਕੇ ਨੌਕਰ ਸੰਧੂ ਦੀ ਕੋਠੀ ਵੱਲ ਜਾ ਰਿਹਾ ਹੈ। ਚੁਫੇਰੇ ਝੋਨੇ ਦੇ ਮੀਲਾਂ ਲੰਮੇ ਹਰੇ ਗਲੀਚੇ ਵਿਛੇ ਹੋਏ ਹਨ। ਅਗਸਤ ਮਹੀਨਾ ਅੱਧੋਂ ਟੱਪ ਚੱਲਿਆ ਹੈ। ਝੋਨੇ ਨਿਸਰੇ ਤਾਂ ਨਹੀਂ, ਪਰ ਨਿਸਰਨ ਦੀ ਤਿਆਰੀ 'ਚ ਹਨ। ਅਜੀਬ ਜਿਹੀ ਨਸ਼ਿਆ ਦੇਣ ਵਾਲੀ ਝੋਨੇ ਦੀ ਮਹਿਕ ਵਾਤਾਵਰਨ 'ਚ ਘੁਲੀ ਹੋਈ ਹੈ। 2 ਦਿਨ ਪਹਿਲਾਂ ਮੀਂਹ ਪੈਣ ਦੇ ਬਾਵਜੂਦ ਪੂਰਾ ਹੁਮਸ ਹੈ। ਖੇਤਾਂ 'ਚ ਕੰਮ ਕਰਦੇ ਕਾਮਿਆਂ ਦੇ ਸਰੀਰਾਂ 'ਚੋਂ ਮੁੜਕਾ ਚੋ ਰਿਹਾ ਹੈ। ਜਦੋਂ ਸੰਧੂ ਨੇ ਜੀਪ ਫਾਰਮ ਵੱਲ ਮੋੜੀ ਤਾਂ ਖੱਬੇ ਹੱਥ ਵਾਲੇ ਖੇਤ 'ਚ ਉਹਦੇ ਸੀਰੀ ਦੀ 10 ਜਮਾਤਾਂ ਪੜ੍ਹੀ ਕੁੜੀ ਝੋਨੇ 'ਚੋਂ ਨਦੀਨ ਕੱਢ ਰਹੀ ਵੇਖ ਕੇ ਉਹ ਜਾਲ ਲਾਉਣ ਦੀਆਂ ਸਕੀਮਾਂ ਤੇ ਤਰਕੀਬਾਂ ਸੋਚਦਾ ਹੈ। ਜੀਪ ਖੜੀ ਕਰਕੇ ਉਹ ਕੁੜੀ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਉਂਦਾ ਹੈ। ਤੇਰਾ ਪਿਓ ਕਿੱਥੇ ਹੈ? ਉਹਨੂੰ ਤਾਂ ਤਾਪ ਚੜ੍ਹਿਆ ਸਵੇਰ ਦਾ, ਉਹ ਗਾਰੇ ਨਾਲ ਲਿਬੜੇ ਪੈਰ ਛੰਡ ਕੇ ਦੱਸਦੀ ਹੈ। ਸਲਵਾਰ ਨੇਫੇ ਚੜੁੰਗ ਕੇ ਗੋਡਿਆਂ ਤੱਕ ਉੱਚੀ ਕੀਤੀ ਹੋਈ ਹੈ। ਫਿਰ ਤੂੰ ਕਾਹਨੂੰ ਕੰਮ ਕਰੀ ਜਾਂਦੀ ਐ ਇਸ ਵੇਲੇ ਤੱਕ? ਸੰਧੂ ਬਨਾਵਟੀ ਹਮਦਰਦੀ ਨਾਲ ਆਖਦਾ ਹੈ। ਜਾ ਆਪਣੇ ਪਿਓ ਨੂੰ ਬੁਲਾ ਕੇ ਲਿਆ, ਗੱਲ ਕਰਨੀ ਆ ਉਹਦੇ ਨਾਲ। ਕੁੜੀ ਹੱਥ 'ਚ ਫੜੇ ਟੁੱਟੇ ਦਸਤੇ ਵਾਲੀ ਦਾਤੀ ਦੇ ਟੁੰਡ ਜਿਹੇ ਨੂੰ ਸਿਰ ਉੱਪਰ ਸਾਫੇ ਵਾਂਗ ਲਪੇਟੀ ਚੁੰਨੀ 'ਚ ਟੁੰਗ ਕੇ ਫਾਰਮ 'ਤੇ ਉਹਨਾਂ ਲਈ ਬਣਾਏ ਕੋਠਿਆਂ ਵੱਲ ਜਾਂਦੀ ਹੈ। ਸੰਧੂ ਉਸ ਵੱਲ ਲਗਾਤਾਰ ਦੇਖਦਾ ਰਹਿੰਦਾ। ਕੰਮ ਕਰਦਿਆਂ ਤੇ ਕੁਝ ਹੁਮਸ ਕਾਰਨ ਕੁੜੀ ਦੀ ਕੁੜਤੀ ਮੁੜਕੇ ਨਾਲ ਭਿੱਜ ਕੇ ਜਿਸਮ ਨਾਲ ਚਿੰਬੜੀ ਹੋਈ ਹੈ। ਸਡੌਲ ਪਿੰਜੜੀਆਂ ਝੋਨੇ 'ਚ ਖੜੇ ਪਾਣੀ ਕਾਰਨ ਚਿੱਕੜ ਬਣੀ ਮਿੱਟੀ ਨਾਲ ਲਿਬੜੀਆਂ ਹੋਈਆਂ ਹਨ। ਸ਼ਾਮ ਦੇ ਘੁਸਮਸੇ 'ਚ ਤਾਂਬੇ ਰੰਗਾ ਚਿਹਰਾ ਬੜਾ ਧੂ ਪਾਊ ਲੱਗ ਰਿਹਾ ਹੈ। ਲੜਕੀ ਦੇ ਪਾਸ ਖੜਿਆਂ ਸੰਧੂ ਨੂੰ ਮੁੜਕੇ ਤੇ ਗਿੱਲੀ ਮਿੱਟੀ ਦੀ ਮਹਿਕ ਉਤੇਜਿਤ ਕਰ ਗਈ। ਉਹ ਹੈਰਾਨ ਹੈ ਇਸ ਕੁੜੀ ਬਾਰੇ। ਉਹਨੇ ਪਹਿਲਾਂ ਕਦੇ ਸੋਚਿਆ ਕਿਉਂ ਨਹੀਂ? ਅਜਿਹੀ ਦੇਸੀ ਹਿਰਨੀ ਨੂੰ ਤਾਂ ਆਪਣੀ ਕੋਠੀ 'ਚ ਕੋਈ ਵੀ ਢੰਗ ਦੀ ਨੌਕਰੀ ਦਿੱਤੀ ਜਾ ਸਕਦੀ ਹੈ। ਸਾਹਮਣੇ ਉਹ ਕੁੜੀ ਆਪਣੇ ਬਿਮਾਰ ਪਿਓ ਨੂੰ ਲਈ ਆ ਰਹੀ ਹੈ। ਹੌਲੀ ਹੌਲੀ ਤੁਰਦਾ ਬਾਰ-ਬਾਰ ਖੰਘ ਰਿਹਾ ਹੈ। ਸੰਧੂ ਅਜੇ ਵੀ ਪਿਓ ਦੇ ਕੱਦ ਨਾਲੋਂ ਗਿੱਠ ਉੱਚੀ ਹੋਈ ਕੁੜੀ ਦੇ ਸਰੀਰ ਦੀਆਂ ਪੀਡੀਆਂ ਗੁਲਾਈਆਂ 'ਚ ਉਲਝਿਆ ਖੜਾ ਹੈ। ਨੇੜੇ ਆਉਣ 'ਤੇ ਉਹ ਕੁੜੀ ਦੇ ਪਿਓ ਨੂੰ ਸਮਝਾਉਂਦਾ ਹੈ। ਉਹ ਮੰਤਰੀ ਨਾਲ ਗੱਲ ਕਰਕੇ ਆਇਆ ਹੈ। ਨੌਕਰੀ ਲਈ ਕੁੜੀ ਦੀ ਅਰਜ਼ੀ ਤੇ ਮੰਤਰੀ ਤੋਂ ਦਸਖਤ ਕਰਵਾ ਲੈਣੇ ਹਨ। ਹੁਣ ਉਹ ਵਿਹਲਾ ਤੇ ਚੰਗੇ ਰੌਣ 'ਚ ਹੈ। ਸਵੇਰੇ ਲੋਕਾਂ ਦੀ ਭੀੜ 'ਚ ਕੁੜੀ ਨੂੰ ਕਿਹਨੇ ਪੁੱਛਣਾ? ਸ਼ਾਬਾਸ਼ ਏ ਸਰਦਾਰਾ। ਲੜਕੀ ਦੇ ਪਿਓ ਨੇ ਅਧੀਨਗੀ ਨਾਲ ਤੇ ਸ਼ੁਕਰਾਨੇ ਵਜੋਂ ਹੱਥ ਜੋੜ ਲਏ। ਅਸੀਂ ਵੀ ਦੇਖ ਲੈ ਤੇਰੇ ਕੰਮ ਲਈ ਨਾ ਦਿਨ ਵੇਖੀਦਾ ਨਾ ਰਾਤ ਵੇਖੀਦੀ ਹੈ। ਮੈਂ ਬਿਮਾਰ ਹੋਇਆ ਤਾਂ ਕੁੜੀ ਮੇਰੀ ਥਾਵੇਂ ਕੰਮ ਆ ਲੱਗੀ। ਜਾਂ ਪੁੱਤਰਾ ਸਰਦਾਰ ਨਾਲ ਜਾ, ਇਹਦੀ ਮਿਹਰਬਾਨੀ ਨਾਲ ਆਪਣੇ ਵੀ ਦਿਨ ਫਿਰਨਗੇ। ਬਾਪੂ ਇਸ ਵੇਲੇ? ਕੁੜੀ ਹੇਠਾਂ ਲੈ ਗਏ ਸੂਰਜ ਦੀ ਮੱਧਮ ਜੀ ਲਾਲੀ ਵੀ ਕਾਲੋਂ 'ਚ ਵੱਟ ਰਹੀ ਦੇਖ ਕੇ ਕਹਿੰਦੀ ਹੈ, ਵੇਲੇ ਨੂੰ ਕੀ ਹੈ? ਮੈਂ ਹੈਗਾ, ਜੀਪ ਕੋਲ ਹੈ। ਮੰਤਰੀ ਕੋਲੋਂ ਤੇਰੀ ਅਰਜ਼ੀ ਤੇ ਘੁੱਗੀ ਮਰਵਾਉਣੀ ਹੈ, ਫਿਰ ਇੱਥੇ ਹੀ ਛੱਡ ਜਾਣਾ ਤੈਨੂੰ। ਪਹਿਲਾਂ ਤਾਂ ਮੰਤਰੀ ਮੰਨਦਾ ਹੀ ਨਹੀਂ ਸੀ, ਜਦੋਂ ਮੰਨਿਆ ਕਹਿੰਦਾ ਇਹ ਕੰਮ ਤਾਂ ਫਿਰ ਹੁਣੇ ਹੀ ਕਰਨ ਵਾਲਾ। ਸ਼ਾਬਾਸ਼ ਏ ਸਰਦਾਰਾ। ਕੁੜੀ ਦਾ ਪਿਓ ਫਿਰ ਹੱਥ ਜੋੜਦਾ।
ਅਰਜ਼ੀ ਤਾਂ ਲਿਖ ਕੇ ਲਿਆਵਾਂ, ਕੁੜੀ ਖੁਸ਼ ਵੀ ਹੈ ਤੇ ਸ਼ਸ਼ੋ ਪੰਚ ਵੀ ਹੈ। ਅਰਜ਼ੀ ਉੱਥੇ ਲਿਖ ਲਵਾਂਗੇ, ਚੱਲ ਬੈਠ ਜੀਪ 'ਚ ਜਾ ਕੇ, ਸਰਦਾਰ ਹੁਕਮ ਦੇਣ ਵਾਂਗ ਕਹਿੰਦਾ। ਪਰ ਮੇਰੇ ਕੱਪੜੇ ਆ ਪੈਰ, ਕੁੜੀ ਮੁੜਕੇ ਨਾਲ ਭਿੱਜੇ ਆਪਣੇ ਕੱਪੜਿਆਂ ਤੇ ਚਿੱਕੜ ਨਾਲ ਲਿਬੜੇ ਪੈਰਾਂ ਵੱਲ ਝਾਕੀ। ਮੈਂ ਟੂਬਲ ਦੇ ਚਬੱਚੇ 'ਚ ਧੋ ਲੈਂਦੀ ਹਾਂ, ਉਹ ਭੱਜ ਕੇ ਜਾਣ ਲੱਗਦੀ ਹੈ। ਉੱਥੇ ਧੋ ਲਵਾਂਗੇ ਲੋੜ ਪਈ ਤਾਂ, ਜੇ ਮੰਤਰੀ ਕਿਧਰੇ ਹੋਰ ਚਲੇ ਗਏ ਜਾਂ ਆਖ ਦਿੱਤਾ ਕੱਲ੍ਹ ਨੂੰ ਆਓ, ਫੇਰ ਕੀ ਹੋ। ਮੈਂ ਤਾਂ ਸੋਚਿਆ ਭਲਾ ਹੋ ਜੇ, ਕੁੜੀ ਦਾ ਨੌਕਰੀ ਮਿਲ ਗਈ ਤਾਂ ਸਾਰੀ ਉਮਰ ਮੌਜ ਕਰੂਗੀ। ਕੁੜੀ ਦਾ ਪਿਓ ਹੱਥ ਜੋੜ ਕੇ ਫੇਰ ਸ਼ਾਬਾਸ਼ੇ ਸਰਦਾਰਾ ਕਹਿਣ ਲੱਗਾ ਸੀ, ਪਰ ਉਹਨੂੰ ਖੰਘ ਆ ਜਾਂਦੀ ਹੈ। ਕੁੜੀ ਉਸੇ ਹਾਲਤ ਵਿੱਚ ਜੀਪ ਵੱਲ ਤੁਰ ਪੈਂਦੀ ਹੈ। ਸਿਰ ਪਰ ਲਪੇਟੀ ਚੁੰਨੀ ਵਿੱਚ ਟੰਗੀ ਟੁੱਟੇ ਦਸਤੇ ਵਾਲੀ ਦਾਤੀ ਦਾ ਵੀ ਉਹਨੂੰ ਧਿਆਨ ਨਹੀਂ ਹੈ। ਜਦੋਂ ਸੰਧੂ ਤੇ ਮੇਹਰ ਮਲਹੋਤਰਾ ਕੁੜੀ ਨੂੰ ਮੰਤਰੀ ਸਾਹਿਬ ਦੇ ਕਮਰੇ ਅੰਦਰ ਧੱਕਣਾ ਚਾਹੁੰਦੇ ਹੈ, ਉਹ ਹੈਰਾਨ ਹੋ ਕੇ ਪੁੱਛਦੀ ਹੈ, ਮੇਰੀ ਅਰਜ਼ੀ? ਉਹ ਹੈਗੀ ਹੈ ਮੰਤਰੀ ਕੋਲ, ਮੈਂ ਪਹਿਲਾਂ ਹੀ ਆਖ ਰੱਖਿਆ ਹੋਇਆ, ਮੇਹਰ ਤਸੱਲੀ ਨਾਲ ਆਖਦਾ। ਕੁੜੀ ਲਿਬੜੇ ਪੈਰੀ ਮੁੜਕੇ ਦੇ ਭਿੱਜੇ ਕੱਪੜੇ ਪਹਿਨੀ ਕਮਰੇ ਦੇ ਲਾਲ ਕਲੀਨ ਤੇ ਡਰੀ ਡਰੀ ਸੁੰਗੜੀ ਝਿਜਕਦੀ ਖੜੀ ਹੈ। ਕਮਰਾ ਝੋਨੇ ਨਾਲ ਖੈਸਰ ਕੇ ਆਏ ਜਿਸਮ ਦੇ ਮੁੜਕੇ ਤੇ ਗਿੱਲੀ ਮਿੱਟੀ ਦੀ ਮਹਿਕ ਨਾਲ ਭਰ ਗਿਆ। ਲੜਕੀ ਨੂੰ ਵੇਖ ਕੇ ਮੰਤਰੀ ਦੀਆਂ ਮੁੱਛਾਂ ਹੱਸੀਆਂ ਹਨ। ਹਾਂ, ਇਹੀ ਤਾਂ ਹੈ ਮਿੱਟੀ ਦੀ ਮਹਿਕ ਜਿਹੀ ਕੁੜੀ। ਆ ਇੱਧਰ ਆ ਮੇਰੇ ਕੋਲ, ਇੱਥੇ ਬੈਠ। ਮੰਤਰੀ ਆਪਣੀ ਬਗਲ ਵਾਲੀ ਕੁਰਸੀ ਵੱਲ ਇਸ਼ਾਰਾ ਕਰਦਾ ਹੈ। ਮੇਰੀ ਅਰਜ਼ੀ? ਹਲਕਾਉਣ ਵਾਂਗ ਕਹਿੰਦਿਆਂ ਕੁੜੀ ਅੱਗੇ ਵੱਧਦੀ ਹੈ। ਮੰਤਰੀ ਘੰਟੀ ਵਜਾ ਕੇ ਪੀਏ ਨੂੰ ਬੁਲਾਉਂਦਾ ਹੈ। ਸੁਣ, ਹੁਣ ਕੋਈ ਵੀ ਮੈਨੂੰ ਮਿਲਣ ਆਏ, ਇੱਧਰ ਨਹੀਂ ਆਉਣ ਦੇਣਾ। ਕਮਰੇ 'ਚ ਕੁਝ ਵੀ ਹੋਵੇ ਡਿਸਟਰਬ ਨਹੀਂ ਕਰਨਾ। ਮੇਅਰ ਤੇ ਸੰਧੂ ਹੋਰਾਂ ਨੂੰ ਆਖ ਕੱਲ੍ਹ ਮਿਲਣਗੇ ਉਹ ਮੈਨੂੰ। ਮੈਂ ਇਸ ਲੜਕੀ ਦੀ ਐਪਲੀਕੇਸ਼ਨ 'ਤੇ ਸਾਈਨ ਕਰਨੇ ਨੇ, ਸਮਝਿਆ? ਜੀ ਜਨਾਬ, ਆਖ ਕੇ ਪੀਏ ਬਾਹਰ ਨਿਕਲ ਜਾਂਦਾ ਹੈ। ਲੜਕੀ ਆਪਣੀ ਹੋਣੀ ਸਮਝ ਗਈ ਹੈ, ਇੰਨੀ ਭੋਲੀ ਨਹੀਂ ਹੈ। ਸਰਦਾਰਾਂ ਦੇ ਮੁੰਡਿਆਂ ਤੇ ਹੋਰ ਗੱਭਰੂਆਂ ਦੀਆਂ ਕਾਮੀ ਨਿਗਾਹਾਂ ਤੇ ਹਰਕਤਾਂ ਦਾ ਉਹਨੂੰ ਇਲਮ ਹੈ। ਕੀ ਵੱਡੀਆਂ ਮੁੱਛਾਂ ਵਾਲਾ ਇਹੀ ਮੰਤਰੀ ਹੈ? ਬਾਹਰ ਪੁਲਿਸ ਵੀ ਬਹੁਤ ਹੈ, ਇੱਥੋਂ ਭੱਜਾਂਗੀ ਕਿਵੇਂ? ਕੀ ਪਤਾ ਸੰਧੂ ਸਰਦਾਰ ਬਾਹਰ ਖੜਾ ਹੋਵੇ ਤੇ ਜੇ ਉਹ ਨਾਰਾਜ਼ ਹੋ ਗਿਆ ਫਿਰ ਮੇਰੇ ਬਾਪੂ ਦਾ ਕੰਮ। ਜੇ ਉਹਨੂੰ ਫਾਰਮ ਤੋਂ ਕੱਢ ਦਿੱਤਾ, ਕਿੱਥੇ ਜਾਵਾਂਗੇ? ਰੌਲਾ ਪਾ ਦਿਆਂ, ਪਰ ਇੱਥੇ ਸੁਣੇਗਾ ਕੌਣ? ਫੇਰ ਇਹਨੂੰ ਇਸ ਫੇਰ ਦੀ ਸਮਝ ਨਹੀਂ ਆਉਂਦੀ। ਯਾਦ ਆਉਂਦਾ ਇੱਕ ਵਾਰ ਸੰਧੂ ਸਰਦਾਰ ਦਾ ਭੁੱਤਰਿਆ ਵੜਕਾ ਜਦੋਂ ਉਹਦੇ ਢੁੱਡ ਮਾਰਨ ਲੱਗਾ ਸੀ ਤਾਂ ਉਹਨੇ ਫੋੜਾ ਮਾਰ ਕੇ ਲੰਗਾ ਕਰ ਦਿੱਤਾ ਸੀ। ਉਹਨਾਂ ਨੂੰ ਵੇਖਦਿਆਂ ਹੀ ਕੰਨ ਹੇਠਾਂ ਸਿੱਟ ਲੈਂਦਾ। ਮੰਤਰੀ ਦੀਆਂ ਮੁੱਛਾਂ ਵੀ ਉਹਨੂੰ ਵੜਕੇ ਦੇ ਸਿੰਗਾਂ ਵਰਗੀਆਂ ਹੀ ਲੱਗਦੀਆਂ। ਮੰਤਰੀ ਫੇਰ ਉਹਨੂੰ ਕੁਰਸੀ 'ਤੇ ਬੈਠਣ ਲਈ ਆਖਦਾ ਹੈ। ਹਰ ਤਰ੍ਹਾਂ ਦੀ ਹੋਣੀ ਦਾ ਸਾਹਮਣਾ ਕਰਨ ਲਈ ਕੁੜੀ ਆਪਣੇ ਆਪ ਨੂੰ ਤਿਆਰ ਕਰਨ ਲੱਗੀ। ਮੰਤਰੀ ਉਹਦੇ ਮਿਹਨਤੀ ਤੇ ਕੱਸੇ ਜਿਸਮ ਨੂੰ ਵੇਖ ਬੇਸਬਰਾ ਹੋ ਰਿਹਾ। ਲੜਕੀ ਅਜੇ ਵੀ ਝਿਜਕਦੀ ਖੜੀ ਹੈ। ਉਹ ਬਾਂਹ ਫੜ ਕੇ ਉਹਨੂੰ ਕੁਰਸੀ 'ਤੇ ਬਿਠਾਉਣਾ ਚਾਹੁੰਦਾ। ਮੇਰੇ ਪੈਰ ਹੱਥ, ਕੁੜੀ ਆਪਣੇ ਲਿਬੜੇ ਹੱਥ ਪੈਰ ਵਿਖਾਉਂਦੀ ਹੈ। ਫਿਰ ਪੁੱਛਦੀ ਹੈ, ਕਿੱਥੇ ਧੋਵਾਂ? ਨਹੀਂ, ਇਹ ਨਹੀਂ ਧੋਣੇ, ਇਹ ਇਸ ਤਰ੍ਹਾਂ ਹੀ ਰਹਿਣਗੇ। ਇਹੀ ਤਾਂ ਹੈ ਉਹ ਕੁਦਰਤੀ ਖੁਸ਼ਬੂ। ਸ਼ਰਾਬੀ ਹੋਇਆ ਅੱਖਾਂ ਮੀਟ ਕੇ ਹਵਾ ਨੂੰ ਸੁੰਘਦਾ, ਉਹਦੇ ਹੱਥਾਂ ਨੂੰ ਸੁੰਘਦਾ। ਉਹਨੂੰ ਆਪਣੇ ਬੀਤੇ ਦਿਨ ਯਾਦ ਆਉਂਦੇ ਹੈ। ਇੱਕ ਵਾਰ ਉਹ ਧਰਤੀ ਹੇਠ ਡੂੰਘਾ ਟੋਇਆ ਪੁੱਟ ਕੇ ਛੁਪਿਆ ਹੋਇਆ ਸੀ। ਉਹਦੇ ਨਾਲ ਇੱਕ ਬਸਤੀ 'ਚੋਂ ਜ਼ਬਰਦਸਤੀ ਲਿਆਂਦੀ ਕੁੜੀ ਵੀ ਸੀ। ਉਹ ਕੁਝ ਡਰ ਤੇ ਕੁਝ ਗਰਮੀ ਨਾਲ ਮੁੜਕੇ 'ਚ ਭਿੱਜੀ ਹੋਈ ਸੀ। ਧਰਤੀ ਹੇਠਲੀ ਤੇ ਲੜਕੀ ਦੇ ਮੁੜਕੇ 'ਚੋਂ ਨਿਕਲ ਰਹੀ ਨਸ਼ਿਆ ਦੇਣ ਵਾਲੀ ਗੰਧ ਨਾਲ ਉਹ ਖੁਸ਼ੀ 'ਚ ਪਾਗਲ ਹੋ ਗਿਆ ਸੀ। ਰੈਸਟ ਹਾਊਸ ਦੇ ਬਾਹਰ ਰਾਤ ਪੈ ਗਈ ਹੈ। ਲੜਕੀ ਦੇ ਅੰਦਰ ਡਰ ਤੇ ਘਬਰਾਹਟ ਹੈ, ਪਰ ਉਹ ਚਿਹਰੇ ਨੂੰ ਸਹਿਜ ਰੱਖਣ ਦਾ ਯਤਨ ਕਰ ਰਹੀ ਹੈ। ਮੰਤਰੀ ਉੱਠ ਕੇ ਉਹਦੇ ਨੇੜੇ ਆਉਂਦਾ। ਸ਼ਰਾਬ ਦੀ ਹਵਾੜ ਮਹਿਸੂਸ ਕਰਦਿਆਂ ਮੂੰਹ ਘੁਮਾ ਕੇ ਪੁੱਛਦੀ ਹੈ, ਰਾਤ ਨੂੰ ਮੈਂ ਘਰ ਕਿਸ ਤਰ੍ਹਾਂ ਜਾਊਂਗੀ? ਦਿਨ ਚੜ੍ਹੇ ਮੇਰੇ ਆਦਮੀ ਛੱਡ ਆਉਣਗੇ ਤੈਨੂੰ, ਫਿਰ ਤਾਂ ਸਾਰਿਆਂ ਨੂੰ ਪਤਾ ਲੱਗ ਜੂ। ਕੁੜੀ ਦੇ ਚਿਹਰੇ 'ਤੇ ਸੰਸਾ ਉੱਭਰਦਾ। ਤੂੰ ਕਦੋਂ ਜਾਣਾ ਚਾਹੁੰਦੀ ਹੈ? ਮੈਂ ਅੱਧੀ ਰਾਤ ਨੂੰ ਨਿਕਲ ਜੂੰ ਇੱਥੋਂ। ਅੱਧੀ ਰਾਤ ਨੂੰ? ਇਕੱਲੀ? ਡਰ ਨਹੀਂ ਲੱਗੇਗਾ? ਮੰਤਰੀ ਸਾਹਿਬ ਹੈਰਾਨ ਹੁੰਦੇ ਆ। ਡਰ ਕਾਹਦਾ ਲੱਗਣਾ? ਹੁਣ ਵੀ ਇੱਥੇ ਇਕੱਲੀ ਆ ਤੇਰੇ ਕੋਲ, ਨਾਲੇ ਜਿਹੜਾ ਕੁਝ ਇੱਥੇ ਹੋਣਾ ਇਹ ਤੋਂ ਵੱਧ ਹੋਰ ਕਾਹਦਾ ਡਰ ਹੋਣਾ? ਉਂਝ ਵੀ ਅਸੀਂ ਬਾਹਰ ਖੇਤਾਂ 'ਚ ਰਹਿਣ ਦੇ ਆਦੀ ਹਾਂ। ਫਿਰ ਵੀ ਤੇਰੇ ਵਰਗੀ ਲੜਕੀ ਨਾਲ 2-4 ਆਦਮੀ ਜ਼ਬਰਦਸਤੀ ਕਰਨੀ ਚਾਹੁਣ ਤਾਂ ਆਹ ਹੈਗੀ ਆ ਨਾ ਮੇਰੇ ਕੋਲ। ਕੁੜੀ ਨੇ ਆਪਣੇ ਸਿਰ 'ਤੇ ਲਪੇਟੀ ਚੁੰਨੀ 'ਚ ਟੁੰਗੀ ਦਸਤੇ ਵਾਲੀ ਦਾਤੀ ਵਿਖਾਈ। ਆਂਦਰਾਂ ਖਿੱਚ ਕੇ ਬਾਹਰ ਰੱਖ ਦਿੰਦੀ ਹੈ ਇਹ। ਕੁੜੀ ਦਾ ਤਾਂਬੇ ਰੰਗਾ ਚਿਹਰਾ ਰੋਹ ਨਾਲ ਹੋਰ ਚਮਕਣ ਲੱਗਦਾ ਹੈ। ਪਰ ਮੇਰੇ ਆਦਮੀ, ਮੇਰੇ ਗਨਮੈਨ ਤੈਨੂੰ ਬਾਹਰ ਨਹੀਂ ਜਾਣ ਦੇਣਗੇ। ਹਾਂ, ਉਹਨਾਂ ਨੂੰ ਬੁਲਾ ਕੇ ਆਖ ਜਦੋਂ ਵੀ ਜਾਣਾ ਚਾਹਾਂ ਮੈਨੂੰ ਰੋਕੇ ਨਾ ਕੋਈ। ਕੁੜੀ ਆਪਣੀ ਸ਼ਰਤ ਰੱਖਦੀ ਹੈ। ਮੰਤਰੀ ਉਦੋਂ ਹੀ ਘੰਟੀ ਦਾ ਬਟਨ ਦਬਾਉਂਦਾ ਹੈ। ਫਿਰ ਸਖਤ ਹਦਾਇਤਾਂ ਜਾਰੀ ਹੁੰਦੀਆਂ। ਸਿਕਿਉਰਿਟੀ ਇੰਚਾਰਜ ਨੂੰ ਉਚੇਚਾ ਕਿਹਾ ਜਾਂਦਾ ਹੈ। ਇੱਕ ਵਾਰ ਫਿਰ ਪੀਏ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਕੋਈ ਵੀ ਉਹਨੂੰ ਡਿਸਟਰਬ ਨਾ ਕਰੇ। ਰੈਸਟ ਹਾਊਸ ਤੋਂ ਬਾਹਰ ਹਨੇਰਾ ਹੌਲੀ ਹੌਲੀ ਗਾੜਾ ਹੋਣ ਲੱਗਦਾ ਹੈ।
ਮੰਤਰੀ ਸਾਹਿਬ ਦੀ ਸਿਕਿਉਰਿਟੀ ਦੇ ਗਾਰਡ ਕਦੇ ਉਂਗਲਾਉਂਦੇ ਕਦੇ ਜਾਗਦੇ ਵੇਖਦੇ ਹਨ। ਮੰਤਰੀ ਦੇ ਕਮਰੇ ਦੀ ਰੌਸ਼ਨੀ ਬਹੁਤ ਦੇਰ ਤੱਕ ਜਲਦੀ ਰਹੀ ਹੈ। ਕਮਰੇ ਅੰਦਰ 2 ਵਾਰ ਖੜਕਾ ਵੀ ਹੋਇਆ ਹੈ, ਜਿਵੇਂ ਕੁਝ ਟੁੱਟਿਆ ਹੋਵੇ। ਗਨਮੈਨ ਤ੍ਰਭਕਦੇ ਹਨ, ਅੰਦਰ ਜਾ ਕੇ ਵੇਖਣਾ ਵੀ ਚਾਹੁੰਦੇ ਹਨ, ਪਰ ਪੀਏ ਤੇ ਸਿਕਿਉਰਿਟੀ ਇੰਚਾਰਜ ਦੀ ਤਾੜਨਾ ਕੁਝ ਵੀ ਹੋਵੇ, ਅੰਦਰ ਜਾ ਕੇ ਸਾਹਿਬ ਨੂੰ ਡਿਸਟਰਬ ਨਹੀਂ ਕਰਨਾ। ਯਾਦ ਆਉਂਦੇ ਉਹ ਫਿਰ ਉਂਗਲਾਉਣ ਲੱਗਦੇ ਹੈ ਜਾਂ ਆਪਣੇ ਆਪ ਨਾਲ ਬੁੜਬੁੜਾਉਂਦੇ ਹੈ, ਸਾਲਾ ਦਿਹਾਤੀ ਕਿਤੋਂ ਦਾ, ਇਹਨੂੰ ਕਦੇ ਲੜਕੀ ਨਾਲ ਪਿਆਰ ਕਰਨਾ ਨਾ ਆਇਆ। ਤੀਵੀਂ ਨੂੰ ਤਾਂ ਐਂ ਦਬੋਚ ਲੈਂਦਾ ਜਿਵੇਂ ਬਲਦ ਨੂੰ ਖੁਰੀਆਂ ਲਾਉਣ ਵਾਲਾ ਉਹਨੂੰ ਪੁੱਠਾ ਸਿੱਟ ਲੈਂਦਾ। ਕਦੇ ਕਦੇ ਇਉਂ ਭੁਲੇਖਾ ਪੈਂਦਾ ਜਿਵੇਂ ਕਮਰੇ 'ਚ ਕਬੱਡੀ ਖੇਡੀ ਜਾ ਰਹੀ ਹੋਵੇ। 2 ਵਾਰ ਮੱਧਮ ਜੀਆਂ ਚੀਕਾਂ ਵੀ ਉਹਨਾਂ ਨੂੰ ਸੁਣਦੀਆਂ। ਫਿਰ ਕਾਫੀ ਦੇਰ ਤੱਕ ਕਮਰੇ ਅੰਦਰ ਸ਼ਾਂਤੀ ਰਹਿੰਦੀ ਹੈ। ਗਨਮੈਨ ਫਿਰ ਉਂਗਲਣ ਲੱਗਦੇ ਹੈ। ਰੁਕ ਰੁਕ ਕੇ ਆਹਿਸਤਾ ਜਿਹਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਨਾਲ ਤੁਰੰਤ ਸਾਵਧਾਨ ਹੋ ਜਾਂਦੇ ਹੈ। ਲੜਕੀ ਇੱਕ ਪਲ ਬਾਹਰ ਦਾ ਜਾਇਜ਼ਾ ਲੈਂਦੀ ਕਮਰੇ 'ਚੋਂ ਹੌਲੀ ਹੌਲੀ ਬਾਹਰ ਨਿਕਲਦੀ ਹੈ। ਇੱਕ ਗਨਮੈਨ ਕਾਹਲੀ ਨਾਲ ਉਸ ਵੱਲ ਆਉਂਦਾ। ਤੇਰੇ ਸਾਹਿਬ ਨੇ ਆਖਿਆ ਸਵੇਰ ਹੋਣ ਤੱਕ ਕਿਸੇ ਨੇ ਵੀ ਮੇਰੇ ਕਮਰੇ ਅੰਦਰ ਨਹੀਂ ਆਉਣਾ, ਆਖ ਕੇ ਉਹ ਰੈਸਟ ਹਾਊਸ 'ਚੋਂ ਬਾਹਰ ਹੋ ਜਾਂਦੀ ਹੈ। ਬਾਹਰ ਆ ਕੇ ਪਹਿਲਾਂ ਖੁੱਲ੍ਹੀ ਹਵਾ 'ਚ ਭਰਵੇਂ ਸਾਹ ਲੈਂਦੀ ਹੈ, ਫਿਰ ਢਿੱਲੀ ਹੋ ਗਈ ਸਿਰ ਦੀ ਚੁੰਨੀ ਨੂੰ ਦੁਬਾਰਾ ਘੁੱਟ ਕੇ ਲਪੇਟਦੀ ਹੈ। ਟੁੱਟੇ ਦਸਤੇ ਵਾਲੀ ਦਾਤੀ ਉਸ 'ਚ ਟੁੰਗ ਲੈਂਦੀ ਹੈ। ਇੱਕ ਪਲ ਉਹ ਭੁਚੱਕੀ ਜਿਹੀ ਹੋਈ ਖੜੀ ਸੋਚਦੀ ਹੈ, ਭਲਾ ਉਹਦਾ ਪਿੰਡ ਕਿਹੜੇ ਪਾਸੇ ਹੋਇਆ, ਸੱਜੇ ਜਾਂ ਖੱਬੇ। ਫਿਰ ਉਹ ਅਨੁਮਾਨ ਲਾਉਂਦੀ ਹੈ ਸੰਧੂ ਸਰਦਾਰ ਦੀ ਜੀਪ ਕਿਹੜੇ ਪਾਸਿਓਂ ਆ ਕੇ ਰੈਸਟ ਹਾਊਸ ਅੰਦਰ ਵੜੀ ਸੀ। ਉਹ ਅਸਮਾਨ ਦੇ ਤਾਰਿਆਂ ਵੱਲ ਤੱਕਦੀ ਹੈ ਅਤੇ ਇੱਕ ਵਿਸ਼ਵਾਸ ਨਾਲ ਖੱਬੇ ਪਾਸੇ ਮੁੜ ਜਾਂਦੀ ਹੈ। ਬਾਹਰ ਅਜੇ ਹਨੇਰਾ ਹੈ, ਇਸ ਗੱਲ ਤੋਂ ਬੇਖਬਰ ਕਿ ਸਵੇਰੇ ਸੂਰਜ ਚੜ੍ਹਨ ਦੇ ਨਾਲ ਨਾਲ ਸ਼ਹਿਰ 'ਚ ਤੇ ਫਿਰ ਪੂਰੇ ਪ੍ਰਾਂਤ ਵਿੱਚ ਰੈਸਟ ਹਾਊਸ ਦੀ ਸਨਸਨੀਖੇਜ਼ ਖਬਰ ਕਿਹੜੀ ਪਰਲੋ ਲੈ ਕੇ ਆਏਗੀ। ਕੁੜੀ ਆਪਣੇ ਪਿੰਡ ਵੱਲ ਵਾਹੋਦਾਈ ਵਗੀ ਜਾ ਰਹੀ ਹੈ। ਉਹਦੇ ਜਿਸਮ 'ਚੋਂ ਅਜੇ ਵੀ ਝੋਨੇ ਤੇ ਗਿੱਲੀ ਮਿੱਟੀ ਦੀ ਆ ਰਹੀ ਗੰਧ ਦੇ ਨਾਲ ਹੀ ਟੁੱਟੇ ਦਸਤੇ ਵਾਲੀ ਦਾਤੀ 'ਚੋਂ ਤਾਜ਼ੇ ਲਹੂ ਦੀ ਗੰਧ ਵੀ ਆ ਰਹੀ ਹੈ। ਦਿਨ ਅਜੇ ਚੜ੍ਹਿਆ ਨਹੀਂ ਹੈ, ਪਰ ਪੂਰਬ ਦੀ ਕੁੱਖ ਵੱਲ ਤਾਰੇ ਧੁੰਦਲੇ ਧੁੰਦਲੇ ਹੋਈ ਜਾ ਰਹੇ ਹਨ। ਧੰਨਵਾਦ।